हेलो एस्पिरेंट्स, आज का टॉपिक है पार्ट 5 दैट इज़ एंशिएंट हिस्ट्री एंड पंजाब आफ्टर 14th ਸੈਂਚੁਰੀ, ਜਿਹਦੇ ਵਿੱਚ ਅਸੀਂ ਪੜਾਂਗੇ ਸੈਯਦ ਡਾਇਨੈਸਟੀ ਤੇ ਜਿਹੜੀ ਸਾਡੀ ਲਾਸਟ ਡਾਇਨੈਸਟੀ ਹੋਈ ਹੈ ਲੋਧੀਸ ਡਾਇਨੈਸਟੀ। ਉਸ ਤੋਂ ਬਾਅਦ ਜਿਹੜਾ ਕਾਬੁਲ ਰੂਲਰ ਸੀ ਉਹਨੇ ਅਟੈਕ ਕਰ ਦਿੱਤਾ ਸੀ। ਸੋ ਬਾਬਰ ਵਾਲੀ ਅੱਗੇ ਬਾਬਰ ਸੀਗਾ ਕਾਬੁਲ ਰੂਲਰ। ਬਾਬਰ ਦੀ ਸਾਰੀ ਸਟੋਰੀ ਅੱਗੇ ਸ਼ੁਰੂ ਹੋ ਜਾਏਗੀ ਜਿਹੜੀ ਕਿ ਮੇਨ ਹੈ ਸਿੱਖ ਹਿਸਟਰੀ ਦੇ ਨਾਲ ਰਿਲੇਟ ਕਰਦੀ ਹੈ। ਸੋ ਪਾਰਟ 5 ਦੇ ਵਿੱਚ ਅਸੀਂ ਸੈਯਦ ਪੜਾਂਗੇ ਤੇ ਲੋਧੀਸ ਨੂੰ ਕੰਬਾਈਨ ਕਰਕੇ ਪੜਾਂਗੇ। ਸੋ ਉਸ ਤੋਂ ਪਹਿਲੇ ਪਾਰਟ 4 ਦੇ ਵਿੱਚ ਅਸੀਂ ਤੁਗਲਕ ਪੜ੍ਹੇ ਨੇ, ਪਾਰਟ 3 ਦੇ ਵਿੱਚ ਖਿਲਜੀ, ਤੇ ਪਾਰਟ 1 ਐਂਡ 2 ਨੂੰ ਕੰਬਾਈਨ ਕਰਕੇ ਅਸੀਂ ਸਲੇਵ ਡਾਇਨੈਸਟੀ ਯਾਨੀ ਕਿ ਗੁਲਾਮ ਵੰਸ਼ ਦੇ ਬਾਰੇ ਡਿਟੇਲ ਦੇ ਵਿੱਚ ਕੀਤਾ ਹੈ। ਸੋ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਾ ਕੇ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਉੱਥੇ ਵਿਜ਼ਿਟ ਕਰਕੇ ਇੱਕ ਵਾਰੀ ਸਟੋਰੀ ਜ਼ਰੂਰ ਸੁਣ ਲੈਣ ਤਾਂ ਹੀ ਪਾਰਟ 5 ਤੇ ਸੈਯਦ ਤੇ ਲੋਧੀ ਜਿਹੜੇ ਹੈ ਉਹ ਸਮਝ ਆਉਣਗੇ। ਸੋ ਸਟਾਰਟ ਕਰਦੇ ਹਾਂ ਪਾਰਟ 5। ਪਹਿਲੇ ਸਲੇਵ ਡਾਇਨੈਸਟੀ ਹੈ, ਪਾਰਟ 1 ਐਂਡ 2 ਦੇ ਵਿੱਚ ਮਿਲ ਜਾਏਗੀ। ਡਿਸਕ੍ਰਿਪਸ਼ਨ ਬਾਕਸ ਤੋਂ ਲਿੰਕ ਲੈ ਸਕਦੇ ਹੋ। ਜਿਹੜਾ ਖਿਲਜੀ ਡਾਇਨੈਸਟੀ ਹੈ ਉਹ ਪਾਰਟ 3 ਦੇ ਵਿੱਚ ਮਿਲ ਜਾਏਗਾ ਤੇ ਤੁਗਲਕ ਜਿਹੜਾ ਹੈ ਉਹ ਪਾਰਟ 4 ਦੇ ਵਿੱਚ ਮਿਲ ਜਾਏਗਾ। ਉਸ ਤੋਂ ਬਾਅਦ ਆਉਂਦੇ ਨੇ ਸੈਯਦ ਤੇ ਲੋਧੀਸ, ਜਿਹੜਾ ਕਿ ਪਾਰਟ 5 ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਜਿਹੜਾ ਕਿ ਹੁਣ ਮੈਂ ਕਰਵਾਉਂਗੀ। ਸਭ ਤੋਂ ਪਹਿਲੇ ਆਉਂਦਾ ਹੈ ਸੈਯਦ ਡਾਇਨੈਸਟੀ। ਸੋ ਸੈਯਦ ਡਾਇਨੈਸਟੀ ਦੇ ਵਿੱਚ ਕੁਝ ਰੂਲਰਸ ਹੋਏ ਨੇ ਜਾਂ ਸਾਡੇ ਸਾਹਮਣੇ ਲਿਖੇ ਨੇ। ਸੋ ਇਹਦੇ ਵਿੱਚ ਟੋਟਲ 4 ਰੂਲਰਸ ਹੋਏ ਨੇ। ਸਭ ਤੋਂ ਪਹਿਲੇ ਜਿਹੜਾ ਫਾਊਂਡਰ ਹੈ ਉਹ ਖਿਜ਼ਰ ਖਾਨ ਹੈ। ਫਿਰ ਆਉਂਦਾ ਮੁਬਾਰਕ ਸ਼ਾਹ, ਮੁਹੰਮਦ ਸ਼ਾਹ, ਅਲਾਉਦੀਨ ਸ਼ਾਹ। 1414 ਤੋਂ ਲੈ ਕੇ 1457 ਏਡੀ ਤੱਕ ਇਹਨਾਂ ਨੇ ਰਾਜ ਕੀਤਾ ਹੈ। ਹੁਣ ਇੱਕ ਵਾਰੀ ਅਸੀਂ ਅੱਗੇ ਦੇਖ ਸੈਯਦ ਡਾਇਨੈਸਟੀ ਜਿਹੜੀ ਹੈ ਉਹ ਫਾਊਂਡ ਕੀਤੀ ਸੀ ਖਿਜ਼ਰ ਖਾਨ ਨੇ। ਸੋ ਇੱਕ ਫਾਊਂਡਰ ਪੁੱਛ ਲਿਆ ਜਾਂਦਾ ਹੈ ਤੇ ਦੂਸਰਾ ਜਿਹਨੇ ਐਂਡ ਕੀਤਾ ਉਹ ਪੁੱਛ ਲਿਆ ਜਾਂਦਾ। ਬਾਕੀ ਸੈਯਦ ਡਾਇਨੈਸਟੀ ਦੇ ਵਿੱਚ ਕੁਝ ਵੀ ਇੰਪੋਰਟੈਂਟ ਨਹੀਂ ਹੈ। ਇਹਨਾਂ ਦੇ ਸੁਲਤਾਨਾਂ ਨੇ ਕੁਝ ਇੱਦਾਂ ਦਾ ਕੰਮ ਨਹੀਂ ਕੀਤਾ ਜੋ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਪੁੱਛਿਆ ਜਾਵੇ। ਸੋ ਇਸ ਲਈ ਆਪਾਂ ਜ਼ਿਆਦਾ ਡੀਪ 'ਚ ਨਹੀਂ ਜਾਣਾ। ਲੋਧੀਸ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਡੀਪ 'ਚ ਜਾਵਾਂਗੇ, ਫਾਊਂਡਰ ਤੇ ਐਂਡ ਵਾਲੇ ਰੂਲਰ ਦੀ ਕੁਝ ਪੜ੍ਹ ਲਵਾਂਗੇ। ਸੋ ਸੈਯਦ ਦੇ ਵਿੱਚ ਆਪਾਂ ਇਹੀ ਯਾਦ ਕਰ ਰਹੇ ਕਿ ਫਾਊਂਡਰ ਜਿਹੜਾ ਹੈ ਉਹ ਖਿਜ਼ਰ ਖਾਨ ਹੈ। ਕਦੋਂ ਫਾਊਂਡ ਕੀਤੀ ਸੀ? 1414 ਏਡੀ ਦੇ ਵਿੱਚ। ਤੇ ਰੂਲਰ ਜਿਹੜਾ ਐਂਡ ਵਾਲਾ ਹੈ ਉਹ ਹੈਗਾ ਅਲਾਉਦੀਨ ਸ਼ਾਹ। ਅਲਾਉਦੀਨ ਸ਼ਾਹ ਐਂਡ ਖਿਜ਼ਰ ਖਾਨ, ਦ ਟੂ ਇੰਪੋਰਟੈਂਟ ਵਨ ਰੂਲਰਸ। ਉਸ ਤੋਂ ਬਾਅਦ ਲੋਧੀ ਡਾਇਨੈਸਟੀ ਆ ਜਾਂਦੀ ਹੈ। 1451 ਏਡੀ ਦੇ ਵਿੱਚ ਇਹਦੀ ਬਿਗਨਿੰਗ ਹੁੰਦੀ ਹੈ। ਬਹਿਲੋਲ ਲੋਧੀ ਜਿਹੜਾ ਹੈਗਾ ਹੈ ਉਹ ਫਾਊਂਡਰ ਸੀਗਾ ਲੋਧੀ ਡਾਇਨੈਸਟੀ ਦਾ। ਸੋ ਬਹਿਲੋਲ ਲੋਧੀ ਯਾਦ ਰੱਖਣਾ ਹੈ ਕਿ ਇਹਨੇ ਲੋਧੀ ਡਾਇਨੈਸਟੀ ਦੀ ਸਥਾਪਨਾ ਕੀਤੀ ਸੀ। ਤੇ ਦੂਜਾ ਸਾਨੂੰ ਇਹ ਵੀ ਪਤਾ ਕਿ ਲੋਧੀ ਡਾਇਨੈਸਟੀ ਦੇ ਹੀ ਸੁਲਤਾਨਾਂ ਨੇ ਲੁਧਿਆਣਾ ਬਣਾਇਆ ਸੀ, ਜਿਨ੍ਹਾਂ ਲੁਧਿਆਣਾ ਨਾਮ ਹੀ ਲੋਧੀ ਤੋਂ ਬਣਿਆ। ਸੋ ਇਹ ਵੀ ਯਾਦ ਰੱਖਣਾ। ਲੋਧੀ ਡਾਇਨੈਸਟੀ ਜਿਹੜੀ ਹੋਈ ਹੈ 1451 ਤੋਂ ਲੈ ਕੇ 1526 ਤੱਕ ਹੋਈ ਹੈ। ਸਭ ਤੋਂ ਪਹਿਲਾਂ ਹੋਇਆ ਹੈ ਬਹਿਲੋਲ ਲੋਧੀ, ਜਿਹੜਾ ਕਿ 1451 ਤੋਂ 1489 ਤੱਕ ਹੋਇਆ ਹੈ। ਉਸ ਤੋਂ ਬਾਅਦ ਸਿਕੰਦਰ ਸ਼ਾਹੀ ਹੋਇਆ ਹੈ 1489 ਤੋਂ 1517 ਤੱਕ। ਤੇ ਜਿਹੜਾ ਲਾਸਟ ਹੋਇਆ ਹੈ ਐਂਡ ਆਫ ਲੋਧੀ ਡਾਇਨੈਸਟੀ, ਉਹਨੇ ਰਾਜ ਕੀਤਾ ਸੀ 1517 ਤੋਂ ਲੈ ਕੇ 1526 ਤੱਕ। ਸੋ ਟੋਟਲ 3 ਰੂਲਰ ਹੀ ਹੋਏ ਨੇ। ਇੱਕ ਵਾਰੀ ਡੀਪਲੀ ਪੜ੍ਹ ਲੈਂਦੇ ਇਹਨਾਂ ਨੂੰ। ਬਹਿਲੋਲ ਲੋਧੀ ਦੇ ਬਾਰੇ ਗੱਲ ਕਰੀਏ ਤਾਂ ਇਹਨੇ ਰਾਜ ਕੀਤਾ ਹੈ 1451 ਤੋਂ ਲੈ ਕੇ 1489 ਤੱਕ। ਬਹਿਲੋਲ ਲੋਧੀ ਜਿਹੜਾ ਸੀਗਾ ਫਾਊਂਡਰ ਸੀਗਾ ਲੋਧੀ ਡਾਇਨੈਸਟੀ ਦਾ। ਸੋ ਹੀ ਟੁਕ ਵੇਰੀਅਸ ਮੇਜਰਸ ਟੂ ਗ੍ਰੈਟੀਫਾਈ ਹਿਸ ਨੋਬਲਸ। ਇਹ ਆਪਣੇ ਨੋਬਲਸ ਦਾ ਸਤਿਕਾਰ ਕਰਦਾ ਸੀ, ਰਿਸਪੈਕਟ ਕਰਦਾ ਸੀ ਉਹਨਾਂ ਦੀ। ਜਦੋਂ ਵੀ ਉਹ ਦਰਬਾਰ 'ਚ ਆਉਂਦੇ ਸੀ ਜਾਂ ਦਰਬਾਰ 'ਚ ਬੈਠੇ ਹੁੰਦੇ ਸੀ ਤਾਂ ਇਹ ਆਪਣਾ ਸਿੰਘਾਸਨ ਛੱਡ ਕੇ ਤੇ ਨੀਚੇ ਕਾਰਪੇਟ ਵਿਛਾ ਕੇ ਉਹਨਾਂ ਦੇ ਨਾਲ ਬੈਠਦਾ ਸੀ, ਉਹਨਾਂ ਦੀ ਇੰਨੀ ਰਿਸਪੈਕਟ ਕਰਦਾ ਸੀ। ਸੋ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਇੱਦਾਂ ਦਾ ਕਿਹੜਾ ਰੂਲਰ ਹੋਇਆ ਹੈ ਜਿਹੜਾ ਕਿ ਨੋਬਲਸ ਦੇ ਸਾਹਮਣੇ ਸਿੰਘਾਸਨ ਦੇ ਉੱਪਰ ਨਹੀਂ ਸੀ ਬੈਠਦਾ, ਤਾਂ ਉਹਦਾ ਆਨਸਰ ਹੋਏਗਾ ਬਹਿਲੋਲ ਲੋਧੀ। ਟੂ ਗੇਨ ਸਪੋਰਟ, ਇਸ ਤਰ੍ਹਾਂ ਕੀ ਹੁੰਦਾ ਸੀ, ਉਹਨਾਂ ਦੀ ਰਿਸਪੈਕਟ ਹੁੰਦੀ ਸੀ ਨੋਬਲਸ ਦੀ, ਉਹ ਵੀ ਖੁਸ਼ ਹੋ ਜਾਂਦੇ ਸੀ। ਇਸ ਲਈ ਉਹਨਾਂ ਨੂੰ ਬਹਿਲੋਲ ਲੋਧੀ ਨੂੰ ਜਿਹੜੀ ਹੈ ਸਪੋਰਟ ਮਿਲ ਜਾਂਦੀ ਸੀ ਤੇ ਰਿਕੋਗਨੀਸ਼ਨ ਮਿਲ ਜਾਂਦੀ ਸੀ। ਟੂ ਗੇਨ ਸਪੋਰਟ ਐਂਡ ਰਿਕੋਗਨੀਸ਼ਨ, ਬਹਿਲੋਲ ਲੋਧੀ ਨੈਵਰ ਸੈਟ ਔਨ ਦ ਥਰੋਨ, ਇੰਸਟੈਡ ਹੀ ਓਪਟਡ ਟੂ ਸਿਟ ਔਨ ਦ ਕਾਰਪੇਟ ਵਿਦ ਹਿਸ ਨੋਬਲਸ। ਫਿਰ ਉਸ ਤੋਂ ਬਾਅਦ 1489 ਏਡੀ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਬਹਿਲੋਲ ਲੋਧੀ ਤੋਂ ਬਾਅਦ ਉਹਦਾ ਮੁੰਡਾ ਸਿਕੰਦਰ ਜਿਹੜਾ ਹੈ ਉਹ ਗੱਦੀ ਤੇ ਬੈਠਦਾ ਹੈ, ਯਾਨੀ ਕਿ 1489 ਤੋਂ ਉਹ ਬੈਠਦਾ ਹੈ ਤੇ 1517 ਏਡੀ ਤੱਕ ਉਹ ਰਾਜ ਕਰਦਾ। ਸਿਕੰਦਰ ਸ਼ਾਹੀ ਵਾਸ ਦ ਸਨ ਆਫ ਬਹਿਲੋਲ ਲੋਧੀ। ਸਿਕੰਦਰ ਸ਼ਾਹੀ ਜਿਹੜਾ ਸੀਗਾ ਉਹ ਮੁੰਡਾ ਸੀਗਾ ਬਹਿਲੋਲ ਲੋਧੀ ਦਾ, ਜਿਹੜਾ ਕਿ ਪਹਿਲਾ ਫਾਊਂਡਰ ਸੀਗਾ ਲੋਧੀ ਡਾਇਨੈਸਟੀ ਦਾ। ਹੀ ਡਿਵੈਲਪਡ ਐਗਰੀਕਲਚਰ ਐਂਡ ਇੰਡਸਟਰੀ। ਐਗਰੀਕਲਚਰ ਤੇ ਇੰਡਸਟਰੀ ਸੈਕਟਰਸ ਨੂੰ ਬਹੁਤ ਜ਼ਿਆਦਾ ਡਿਵੈਲਪ ਕੀਤਾ ਸਿਕੰਦਰ ਸ਼ਾਹੀ ਨੇ। ਸਵੇਅਰ ਰਿਸਟ੍ਰਿਕਸ਼ਨਸ ਲਗਾਈਆਂ ਹਿੰਦੂਸ ਦੇ ਉੱਪਰ। ਹਿੰਦੂਸ ਦੇ ਨਾਲ ਇਹ ਬਿਲਕੁਲ ਵੀ ਨਰਮ ਨਹੀਂ ਸੀ, ਸਖਤੀ ਵਰਤਦਾ ਸੀ ਉਹਨਾਂ ਦੇ ਨਾਲ। ਬਹੁਤ ਸਾਰਾ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਸੀ ਇਹਨੇ
ਹਿੰਦੂਸ ਦੇ ਉੱਪਰ। ਜਿਹੜਾ ਸਿਕੰਦਰ ਸ਼ਾਹ ਸੀਗਾ ਉਹਨੂੰ ਸ਼ਹਿਨਾਈ ਦਾ ਮਿਊਜ਼ਿਕ ਬਹੁਤ ਪਸੰਦ ਸੀ, ਉਹ ਬਹੁਤ ਇੰਜੋਏ ਕਰਦਾ ਸੀ ਸ਼ਹਿਨਾਈ ਮਿਊਜ਼ਿਕ ਸੁਣਨ ਨੂੰ। ਵੈਸੇ ਵੀ ਉਹਨੂੰ ਮਿਊਜ਼ਿਕ ਬਹੁਤ ਪਸੰਦ ਸੀ ਔਰ ਉਹਦੇ ਰਾਜ ਦੇ ਵਿੱਚ ਇੱਕ ਮਿਊਜ਼ਿਕ ਦਾ ਨਿਰਮਾਣ ਹੋਇਆ ਸੀ, ਮਿਊਜ਼ਿਕ ਬਣਾਇਆ ਗਿਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਲਹਿਜਾਤੀ ਸਿਕੰਦਰ ਸ਼ਾਹੀ। ਸੋ ਅਗਰ ਕੁਐਸਚਨ ਆਂਦਾ ਹੈ ਕਿ ਸਿਕੰਦਰ ਸ਼ਾਹੀ ਦੇ ਉੱਪਰ ਨਾਮ ਦੇ ਉੱਪਰ ਜਾਂ ਫਿਰ ਉਹਦੇ ਰਾਜ ਤੇ ਕਿਹੜਾ ਮਿਊਜ਼ਿਕ ਦਾ ਨਿਰਮਾਣ ਹੋਇਆ ਸੀ, ਤਾਂ ਉਹਦਾ ਆਨਸਰ ਹੋਏਗਾ ਲਹਿਜਾਤੀ ਸਿਕੰਦਰ ਸ਼ਾਹੀ। ਉਸ ਤੋਂ ਬਾਅਦ ਐਂਡ ਆਫ ਲੋਧੀ ਡਾਇਨੈਸਟੀ, ਜਿਹੜਾ ਕਿ ਇਬਰਾਹਿਮ ਲੋਧੀ ਸੀਗਾ ਉਹ ਲਾਸਟ ਰੂਲਰ ਸੀਗਾ ਜਿਹਨੇ ਕਿ 1517 ਤੋਂ ਲੈ ਕੇ 1526 ਏਡੀ ਤੱਕ ਰਾਜ ਕੀਤਾ ਸੀ। ਇਬਰਾਹਿਮ ਲੋਧੀ ਜਿਹੜਾ ਸੀ ਬਹੁਤ ਜ਼ਿਆਦਾ ਇਨਟੋਲਰੈਂਟ, ਯਾਨੀ ਕਿ ਉਹਦੇ 'ਚ ਸਹਿਣ ਸ਼ਕਤੀ ਜਿਹੜੀ ਹੈ ਉਹ ਬਹੁਤ ਘੱਟ ਸੀ, ਜਾਂ ਕਹਿ ਲਓ ਨਾ ਤੇ ਬਰਾਬਰ ਸੀ। वो बहुत ज़्यादा स्टबबोर्न सी नेचर वाइज एंड विच वर नॉट गुड ਕੁਆਲਿਟੀਜ਼ ਇਨ ਅ ਰੂਲਰ। ਬਹੁਤ ਕ੍ਰਿਊਲ ਰਾਜਾ ਹੋਇਆ ਹੈ। ਇਹਨੇ ਆਪਣੇ ਜਿਹੜੇ ਵੀ ਨੋਬਲ ਸੀਗੇ ਨਾ, ਇਹਨੇ ਉਹਨਾਂ ਨੂੰ ਮਾਰ ਦਿੱਤਾ ਸੀ ਬਹੁਤ ਕ੍ਰਿਊਐਲਿਟੀ ਨਾਲ, ਜ਼ੁਲਮ ਢਾ ਕੇ ਹਿਊਮਿਲੇਟ ਕੀਤੇ ਗਏ ਸੀ ਨੋਬਲਸ। ਹੀ ਆਲਸੋ ਟ੍ਰੀਟਡ ਹਿਸ ਸਨ ਦਿਲਵਰ ਖਾਨ ਲੋਧੀ ਕ੍ਰਿਊਲੀ। ਇਹਨੇ ਆਪਣੇ ਮੁੰਡੇ ਤੱਕ ਨੂੰ ਨਹੀਂ ਛੱਡਿਆ ਸੀ। ਇਹਦਾ ਮੁੰਡਾ ਸੀਗਾ ਦਿਲਵਰ ਖਾਨ ਲੋਧੀ, ਜਿਹੜਾ ਕਿ ਇਹਨੇ ਬਹੁਤ ਕ੍ਰਿਊਲੀ ਇਹਦੇ ਨਾਲ ਪੇਸ਼ ਆਉਂਦਾ ਸੀ, ਬਦਤਮੀਜ਼ੀ ਨਾਲ ਪੇਸ਼ ਆਉਂਦਾ ਸੀ। ਇਨਵੇਜਨ ਆਫ ਇੰਡੀਆ ਵਾਜ਼ ਡਨ ਬਾਏ ਕਾਬੁਲ ਰੂਲਰ। ਉਸ ਤੋਂ ਬਾਅਦ ਇੰਡੀਆ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਬਾਏ ਕਾਬੁਲ ਰੂਲਰ। ਕਾਬੁਲ ਰੂਲਰ ਸੀਗਾ ਬਾਬਰ। ਬਾਬਰ ਦੀ ਕਹਾਣੀ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੋ ਬਾਬਰ ਨੇ ਕਿਹਦੇ ਰਾਜ ਤੇ ਕਬਜ਼ਾ ਕੀਤਾ ਸੀ? ਲੋਧੀ ਡਾਇਨੈਸਟੀ ਖਤਮ ਕੀਤੀ ਸੀ, ਫਿਰ ਉਹਨੇ ਆਪਣਾ ਰਾਜ ਬਸਾਇਆ ਸੀ। ਕਾਬੁਲ ਤੋਂ ਆਇਆ ਸੀ ਬਾਬਰ ਐਟ ਦ ਬਿਹਿਸਟ ਆਫ ਦੌਲਤ ਖਾਨ। ਦੌਲਤ ਖਾਨ ਨੇ ਇਹਨੂੰ ਬੁਲਾਇਆ ਸੀ। ਅ ਵੈਰੀ ਪਾਵਰਫੁਲ ਗਵਰਨਰ ਹੁੰਦਾ ਸੀ ਉਸ ਵੇਲੇ ਪੰਜਾਬ ਦਾ। ਸੋ ਅਗਰ ਕੁਐਸਚਨ ਆਵੇ ਕਿ ਬਾਬਰ ਕਿਹਦੀ ਹੈਲਪ ਦੇ ਨਾਲ ਆਇਆ ਸੀ, ਸੋ ਪਾਵਰਫੁਲ ਗਵਰਨਰ ਆਫ ਪੰਜਾਬ that is ਦੌਲਤ ਖਾਨ। ਸੋ ਇੰਡੀਆ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਸੀ। ਇਨ ਦ ਫਸਟ ਬੈਟਲ ਆਫ ਪਾਨੀਪਤ ਇਨ ਦ ਈਅਰ 1526 AD, 1526 AD ਦੇ ਵਿੱਚ ਜਦੋਂ ਫਸਟ ਬੈਟਲ ਆਫ ਪਾਨੀਪਤ ਹੋਈ ਸੀ, ਪਹਿਲੀ ਲੜਾਈ ਪਾਨੀਪਤ ਦੀ, ਉਸ ਵੇਲੇ ਜਿਹੜਾ ਇਬਰਾਹਿਮ ਲੋਧੀ ਸੀਗਾ ਉਹਨੇ ਫੇਸਡ ਡਿਫੀਟ ਐਟ ਦ ਹੈਂਡਸ ਆਫ ਬਾਬਰ। ਬਾਬਰ ਦੇ ਅੱਗੇ ਆਪਣੀ ਹਾਰ ਮੰਨ ਲਈ ਸੀ। ਸੋ ਜਿਹੜਾ ਫਸਟ ਬੈਟਲ ਆਫ ਪਾਨੀਪਤ ਦੇ ਵਿੱਚ 1526 AD ਦੇ ਵਿੱਚ ਹੋਇਆ ਸੀ, ਉਦੋਂ ਇਬਰਾਹਿਮ ਲੋਧੀ ਜਿਹੜਾ ਸੀਗਾ ਉਹ ਹਾਰ ਗਿਆ ਸੀ। ਕਿਤੇ ਤੋਂ ਹਾਰਿਆ ਸੀ? ਬਾਬਰ ਤੋਂ ਹਾਰਿਆ ਸੀ, ਜਿਸ ਕਰਕੇ ਜਿਹੜਾ ਬਾਬਰ ਹੈ ਉਹਨੇ ਆਪਣਾ ਰਾਜ ਸਥਾਪਿਤ ਕੀਤਾ ਸੀ ਇੰਡੀਆ ਦੇ ਉੱਪਰ ਕਬਜ਼ਾ ਕਰਕੇ। ਸੋ ਇਹ ਸੀਗੀ ਸਾਰੀ ਦੀ ਸਾਰੀ ਕਹਾਣੀ ਲੋਧੀ ਡਾਇਨੈਸਟੀ ਦੀ। ਕਿੱਦਾਂ ਸਭ ਤੋਂ ਪਹਿਲੇ ਸਟਾਰਟਿੰਗ ਹੋਈ ਸੀਗੀ, ਮੁਹੰਮਦ ਗੌਰੀ ਨੇ ਆਇਆ ਸੀ। ਉਸ ਤੋਂ ਬਾਅਦ ਮੁਹੰਮਦ ਗੌਰੀ ਨੇ ਆ ਕੇ ਆਪਣੇ ਸਲੇਵ ਨੂੰ ਇੱਥੇ ਛੱਡਿਆ ਸੀ ਰਾਜ ਕਰਨ ਲਈ, ਕੁਤਬਦੀਨ ਐਬਕ ਨੂੰ। ਸੋ ਉੱਥੋਂ ਸਲੇਵ ਡਾਇਨੈਸਟੀ ਸਟਾਰਟ ਹੋਈ ਸੀ। ਸਲੇਵ ਡਾਇਨੈਸਟੀ ਤੋਂ ਬਾਅਦ ਖਿਲਜੀਸ ਨੇ ਰਾਜ ਕੀਤਾ ਸੀ। ਖਿਲਜੀ ਡਾਇਨੈਸਟੀ ਹੋਈ ਸੀ, ਜਲਾਲੂਦੀਨ ਫਾਊਂਡਰ ਸੀਗਾ। ਤੇ ਉਸ ਤੋਂ ਬਾਅਦ ਖਿਲਜੀ ਡਾਇਨੈਸਟੀ ਦਾ ਐਂਡ ਹੋ ਕੇ ਤੁਗਲਕ ਡਾਇਨੈਸਟੀ ਦੀ ਸਥਾਪਨਾ ਹੋਈ ਸੀ। ਤੁਗਲਕ ਡਾਇਨੈਸਟੀ ਦਾ ਐਂਡ ਹੋ ਕੇ ਜਿਹੜਾ ਹੈ ਸੈਯਦ ਆਏ ਸੀ। ਸੈਯਦ ਤੋਂ ਬਾਅਦ ਆਏ ਸੀਗੇ ਲੋਧੀ ਡਾਇਨੈਸਟੀ, ਔਰ ਲੋਧੀ ਡਾਇਨੈਸਟੀ ਖਤਮ ਹੋ ਕੇ ਆ ਸਾਰੇ ਵੰਸ਼ ਖਤਮ ਹੋਏ ਸੀ ਤੇ ਕਾਬੁਲ ਰੂਲਰ ਬਾਬਰ ਜਿਹੜਾ ਹੈ ਉਹ ਆ ਗਿਆ ਸੀ। ਹੁਣ ਬਾਬਰ ਦੀ ਜਿਹੜੀ ਹਿਸਟਰੀ ਹੈ ਉਹ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਉਹ ਸਿੱਖ ਹਿਸਟਰੀ ਦੇ ਨਾਲ ਮੈਚ ਕਰਦੀ ਹੈ। ਕਿਉਂਕਿ ਸਿੱਖ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੇ ਸਾਡੇ ਗੁਰੂ ਹੋਏ ਹੈ ਗੁਰੂ ਨਾਨਕ ਦੇਵ ਜੀ। ਸੋ ਗੁਰੂ ਨਾਨਕ ਦੇਵ ਜੀ ਦੇ ਕੰਟੈਂਪਰੇਰੀ ਰੂਲਰ ਜਿਹੜਾ ਹੈ ਉਹ ਬਾਬਰ ਸੀਗਾ, ਇਸ ਲਈ ਇਹ ਇੰਪੋਰਟੈਂਟ ਹੋ ਜਾਂਦਾ ਹੈ ਪੜ੍ਹਨਾ। ਸੋ ਅਸੀਂ ਨੈਕਸਟ ਲੈਕਚਰ ਦੇ ਵਿੱਚ ਸਿਰਫ ਇੰਪੋਰਟੈਂਟ ਹੀ ਕਰਾਂਗੇ, ਐਗਜ਼ਾਮ ਪੁਆਇੰਟ ਆਫ ਵਿਊ ਦੇ ਅਕੋਰਡਿੰਗ ਕਰਾਂਗੇ ਕਿ ਕਿਹੜੇ ਕਿਹੜੇ ਹੈ ਸਿੱਖ ਹਿਸਟਰੀ ਨਾਲ ਰਿਲੇਟ ਕਰਦੇ ਆ, ਸਿਰਫ ਉਹੀ ਕਰਾਂਗੇ। ਔਰ ਬਾਬਰ ਹੀ ਮੇਨਲੀ ਪੜ੍ਹਾਇਆ ਜਾਏਗਾ ਕਿਉਂਕਿ ਉਸ ਤੋਂ ਬਾਅਦ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਸਿਰਫ ਉਹਨਾਂ ਦੇ ਰਾਜ ਕਦੋਂ ਤੋਂ ਕਦੋਂ ਤੱਕ ਕੀਤਾ, ਔਰ ਸੀਰੀਅਲ ਵਾਈਜ਼ ਸਾਨੂੰ ਉਹੀ ਯਾਦ ਕਰਨਾ ਹੈ ਫਾਰੂਕ ਸਿਆਰ ਤੱਕ। ਸੋ ਆਪਾਂ ਇਹੀ ਯਾਦ ਕਰਾਂਗੇ। ਉਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੀ ਸੀ ਕਿ ਇਹ ਡਾਇਨੈਸਟੀਜ਼ ਕਿੱਦਾਂ ਯਾਦ ਕਰਨੀਆਂ ਲੋਧੀ ਵਗੈਰਾ ਵਾਲੀਆਂ, ਤਾਂ ਉਹ ਇੱਕ ਵਾਰੀ ਪਾਰਟ 1 'ਚ ਜਾ ਕੇ ਦੇਖ ਲਿਓ ਕਿੱਦਾਂ ਸੀ। ਸਭ ਤੋਂ ਪਹਿਲੇ ਗੁਲਾਮ ਵੰਸ਼ ਜੀ, ਫਿਰ ਉਸ ਤੋਂ ਬਾਅਦ ਆਂਦਾ ਹੈ ਖਿਲਜੀ, ਜੀ ਕੇ, ਫਿਰ ਟੀ ਤੁਗਲਕ, ਐਸ ਤੇ ਸੈਯਦ ਤੇ ਐਲ ਲੋਧੀ। ਸੋ ਇਹਦੀ ਜਿਹੜੀ ਟ੍ਰਿਕ ਸੀਗੀ ਉਹ ਇੱਕ ਵਾਰੀ ਪਾਰਟ 1 'ਚ ਡਿਟੇਲਸ ਦੇ ਵਿੱਚ ਵੀ ਕਰ ਸਕਦੇ ਹੋ ਕਿ ਕਿਵੇਂ ਜੀ ਆਪਾਂ ਯੂਜ਼ ਕੀਤਾ, ਕਿਉਂਕਿ 2 ਐਸ ਯੂਜ਼ ਹੋ ਰਹੇ ਸੀ, ਇਸ ਲਈ ਆਪਾਂ ਜੀ ਯੂਜ਼ ਕੀਤਾ ਸੀ ਕਿਉਂਕਿ ਗੁਲਾਮ ਵੰਸ਼ ਵੀ ਕਿਹਾ ਜਾਂਦਾ ਸਲੇਵ ਡਾਇਨੈਸਟੀ ਨੂੰ। ਸੋ ਇਹਦੀ ਟ੍ਰਿਕ ਸੀ ਗੁਲਾਬ ਖਿਲੇ ਤੋਂ ਸੁਗੰਧ ਲੂੰ, ਇੱਦਾਂ ਆਪਾਂ ਯਾਦ ਕਰ ਸਕਦੇ ਹਾਂ। तो थैंक यू सो मच गाइस, आई होप ਤੁਹਾਨੂੰ ਸਮਝ ਆਇਆ ਹੋਏਗਾ। ਅਗਰ ਅੱਛੀ ਲੱਗੀ ਇਹ ਵੀਡੀਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ, ਤਾਂ ਕਿ ਤੁਹਾਨੂੰ ਆਉਣ ਵਾਲੀ
ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਨੋਟੀਫਿਕੇਸ਼ਨ ਪੈਨਲ ਤੇ ਆਂਦੀ ਰਹੇ। ਥੈਂਕ ਯੂ ਸੋ ਮਚ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।